परम सन्मानयोग गुरु रूप खालसा साध संगत जी, वाहेगुरु जी का खालसा वाहेगुरु जी की फतेह। ਸਾਖੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ। ਕੁਝ ਚੰਗੇ ਸ਼੍ਰੇਸ਼ਟ ਬ੍ਰਾਹਮਣਾਂ ਦੀ ਖੋਜ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਜੱਗ ਦੇ ਬਹਾਨੇ ਸਾਰੇ ਦੇਸ਼ਾਂ ਵਿੱਚ ਪੂਰਬ, ਪੱਛਮ ਤੇ ਉੱਤਰ ਦਿਸ਼ਾ ਦੇ ਸਾਰੇ ਪੰਡਤਾਂ ਕੋਲ ਆਪਣੇ ਆਦਮੀ ਭੇਜ ਕੇ ਇਹ ਸੁਨੇਹਾ ਭੇਜਿਆ ਕਿ ਤੁਸੀਂ ਸਭ ਸ਼ਾਸਤਰਾਂ ਦੇ ਜਾਣਨ ਵਾਲੇ ਹੋ, ਤੁਹਾਨੂੰ ਹਵਨ ਦੀ ਰੀਤੀ ਵੀ ਆਉਂਦੀ ਹੈ ਤੇ ਪੂਜਾ ਦਾ ਢੰਗ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇਸ ਲਈ ਸਾਰੇ ਅਨੰਦਪੁਰ ਵਿੱਚ ਇਕੱਠੇ ਹੋ ਕੇ ਮੈਨੂੰ ਕੋਈ ਐਸਾ ਜੱਗ ਦੱਸੋ ਜਿਸ ਨਾਲ ਦੇਵਤੇ ਪ੍ਰਸੰਨ ਹੋ ਜਾਣ। ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਸੁਣ ਕੇ ਦੂਰ ਦੂਰ ਤੋਂ ਬਹੁਤ ਸਾਰੇ ਵਿਦਵਾਨ ਤੇ ਪੰਡਿਤ ਬੜੇ ਉਤਸ਼ਾਹ ਨਾਲ ਅਨੰਦਪੁਰ ਆ ਗਏ। ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿੱਚ ਇਹਨਾਂ ਦਾ ਡੇਰਾ ਲਵਾ ਦਿੱਤਾ ਤੇ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ। ਜਦ ਪੰਡਿਤ ਬੜੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤਾਂ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਪ੍ਰੀਖਿਆ ਲੈਣ ਬਾਰੇ ਸੋਚਿਆ ਕਿ ਇਹਨਾਂ ਵਿੱਚੋਂ ਪਤਾ ਚੱਲ ਜਾਏਗਾ ਕਿ ਅਸਲੀ ਰੂਪ ਵਿੱਚ ਕੌਣ ਬ੍ਰਾਹਮਣ ਹੈ ਤੇ ਕੌਣ ਲਾਲਚੀ ਹੈ। ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਕਈ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਜਾਣ। ਜਦ ਭੋਜਨ ਤਿਆਰ ਹੋ ਗਏ ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੁਨੇਹੇ ਭੇਜ ਕੇ ਇਹ ਕਿਹਾ ਕਿ ਜਿਹੜਾ ਖੀਰ ਖੰਡ ਖਾਏਗਾ, ਭਾਵ ਜਿਹੜਾ ਸ਼ਾਕਾਹਾਰੀ ਭੋਜਨ ਖਾਵੇਗਾ, ਉਸ ਨੂੰ 5 ਰੁਪਏ ਦੱਖਣਾ ਮਿਲਣਗੇ, ਪਰ ਜਿਹੜਾ ਮਾਸ ਵਾਲਾ ਭੋਜਨ ਖਾਵੇਗਾ, ਮਾਸਾਹਾਰੀ ਖਾਏਗਾ, ਉਸ ਨੂੰ 5 ਅਸ਼ਰਫੀਆਂ ਦੱਖਣਾ ਵਜੋਂ ਮਿਲਣਗੀਆਂ। ਗੁਰੂ ਸਾਹਿਬ ਜੀ ਵੱਲੋਂ ਇਹ ਸੰਦੇਸ਼ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਡਿਤ ਲਾਲਚ ਦੇ ਵੱਸ ਹੋ ਕੇ ਮਾਸ ਖਾਣ ਵਾਲੀ ਪੰਕਤੀ ਵਿੱਚ ਜਾ ਬੈਠੇ। ਕੇਵਲ ਥੋੜ੍ਹੇ ਜਿਹੇ ਪੰਡਿਤ ਹੀ ਸ਼ਾਕਾਹਾਰੀ ਵਾਲੀ ਪੰਕਤੀ ਵਿੱਚ ਬੈਠ ਗਏ। ਜਦ ਦੋਵੇਂ ਪੰਕਤੀਆਂ ਦੇ ਬ੍ਰਾਹਮਣ ਭੋਜਨ ਛਕਣ ਤੋਂ ਬਾਅਦ ਹੱਥ ਧੋ ਕੇ ਉੱਠ ਗਏ ਤਾਂ ਗੁਰੂ ਸਾਹਿਬ ਜੀ ਦੱਖਣਾ ਦੇਣ ਵਾਸਤੇ ਆ ਗਏ। ਗੁਰੂ ਸਾਹਿਬ ਜੀ ਨੇ ਮਾਸਾਹਾਰੀ ਬ੍ਰਾਹਮਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਤੁਸੀਂ ਬ੍ਰਾਹਮਣ ਨਹੀਂ ਹੋ, ਤੁਸੀਂ ਪਖੰਡੀ ਹੋ, ਜਿਨ੍ਹਾਂ ਨੇ ਲੋਭ ਕਰਕੇ ਆਪਣਾ ਧਰਮ ਹਾਰ ਦਿੱਤਾ ਹੈ। ਤੁਸੀਂ ਧਰਮ ਭ੍ਰਿਸ਼ਟ ਹੋ, ਆਪ ਤਾਂ ਵਿਗੜੇ ਹੋ, ਤੁਸੀਂ ਹੋਰਨਾਂ ਨੂੰ ਵੀ ਵਿਗਾੜਦੇ ਹੋ। ਤੁਸੀਂ ਸਾਰੇ ਸਜ਼ਾ ਦੇ ਲਾਇਕ ਹੋ, ਪਰ ਮੈਂ ਇਸ ਵੇਲੇ ਤੁਹਾਨੂੰ ਸਜ਼ਾ ਨਹੀਂ ਦੇਵਾਂਗਾ ਕਿਉਂਕਿ ਬਹੁਤ ਰੌਲਾ ਮਚ ਜਾਵੇਗਾ। ਸਾਨੂੰ ਇਹੀ ਕਹਿਣਗੇ ਕਿ ਗੁਰੂ ਸਾਹਿਬ ਜੀ ਨੇ ਬ੍ਰਾਹਮਣਾਂ ਨੂੰ ਸੱਦ ਕੇ ਉਹਨਾਂ ਨੂੰ ਦੰਡ ਦਿੱਤਾ ਹੈ, ਇਸ ਕਰਕੇ ਇਸ ਵੇਲੇ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। 5-5 ਮੋਹਰਾਂ ਦੀ ਥਾਂ ਕੇਵਲ 5-5 ਰੁਪਏ ਦਿੱਤੇ ਜਾਂਦੇ ਹਨ, ਜਿਸ ਕਰਕੇ ਤੁਸੀਂ ਖਾਲੀ ਹੱਥ ਘਰਾਂ ਨੂੰ ਨਾ ਜਾਓ। ਇਉਂ ਆਪ ਜੀ ਨੇ ਇਹਨਾਂ ਨੂੰ ਵਿਦਾ ਕਰ ਦਿੱਤਾ। ਫਿਰ ਗੁਰੂ ਸਾਹਿਬ ਜੀ ਸ਼ਾਕਾਹਾਰੀ ਪੰਕਤੀ ਵੱਲ ਗਏ ਤੇ ਉਹਨਾਂ ਨੂੰ ਕਿਹਾ, ਤੁਸੀਂ ਲੋਭ ਕਰਕੇ ਧਰਮ ਨਹੀਂ ਹਾਰਿਆ ਜੋ ਪਰਲੋਕ ਵਿੱਚ ਸਹਾਈ ਹੁੰਦਾ ਹੈ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ 5-5 ਮੋਹਰਾਂ ਦਿੱਤੀਆਂ ਤੇ ਬੜੇ ਸਤਿਕਾਰ ਨਾਲ ਉਹਨਾਂ ਦਾ ਡੇਰਾ ਕਰਾ ਦਿੱਤਾ। ਫਿਰ ਗੁਰੂ ਸਾਹਿਬ ਜੀ ਨੇ ਕੁਝ ਦਿਨਾਂ ਬਾਅਦ ਪੰਡਿਤਾਂ ਨੂੰ ਪੁੱਛਿਆ, ਪੰਡਿਤ ਜੀ, ਅਸੀਂ ਚੰਡਕਾ ਦੇਵੀ ਨੂੰ ਪੂਜਣ ਦੇ ਇੱਛਾਵਾਨ ਹਾਂ। ਵੇਦਾਂ ਸ਼ਾਸਤਰਾਂ ਵਿੱਚ ਜਿਸ ਤਰ੍ਹਾਂ ਮੰਤਰਾਂ ਦੇ ਜਾਪ ਤੇ ਬਲੀਆਂ ਦੇਣੀਆਂ ਲਿਖੀਆਂ ਹਨ, ਤਿਵੇਂ ਸਾਨੂੰ ਤੁਸੀਂ ਦੱਸੋ। ਪੰਡਿਤਾਂ ਵਿੱਚੋਂ ਇੱਕ ਮੁਖੀ ਨੇ ਕਿਹਾ, ਗੁਰੂ ਜੀਓ, ਐਸੇ ਬਹੁਤ ਪੰਡਿਤ ਜੋ ਮੰਤਰਾਂ ਦੀ ਪਾਠ ਵਿਧੀ ਤੇ ਵਰਨੀ ਦਾ ਪ੍ਰਯੋਗ ਕਰਕੇ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸਿੱਧ ਕਰ ਸਕਦੇ ਹਨ। ਆਪ ਜੀ ਉਹਨਾਂ ਨੂੰ ਮਿਲ ਸਕਦੇ ਹੋ, ਪਰ ਇਸ ਤਰ੍ਹਾਂ ਦੇਵੀ ਪ੍ਰਤੱਖ ਹੋ ਕੇ ਦਰਸ਼ਨ ਨਹੀਂ ਦਿੰਦੀ, ਅੰਤਰਗਤ ਹੀ ਭਰ ਦਿੰਦੀ ਹੈ। ਇੱਕ ਕੇਸ਼ੋ ਨਾਮ ਦਾ ਪੰਡਿਤ ਜੋ ਕਾਂਸ਼ੀ ਵਿੱਚ ਰਹਿੰਦਾ ਹੈ, ਉਸ ਦੇ ਬਰਾਬਰ ਇਸ ਵੇਲੇ ਦੇਸ਼ ਵਿੱਚ ਹੋਰ ਕੋਈ ਸਿਆਣਾ ਨਹੀਂ ਹੈ। ਉਸ ਨੂੰ ਸੱਦ ਲਵੋ, ਉਹ ਪੂਰੀ ਵਿਧੀ ਨਾਲ ਸਭ ਠੀਕ ਕਰ ਦੇਵੇਗਾ। ਕੁਝ ਸਮੇਂ ਬਾਅਦ ਕਾਂਸ਼ੀ ਤੋਂ ਕੁਝ ਬ੍ਰਾਹਮਣ, ਜਿਨ੍ਹਾਂ ਦਾ ਮੁਖੀ ਪੰਡਿਤ ਕੇਸ਼ੋ ਦਾਸ ਸੀ, ਜਵਾਲਾਮੁਖੀ ਦੇਵੀ ਦੇ ਦਰਸ਼ਨ ਵਾਸਤੇ ਜਾਂਦੇ ਹੋਏ ਰਸਤੇ ਵਿੱਚ ਗੁਰੂ ਸਾਹਿਬ ਜੀ ਨੂੰ ਆ ਮਿਲਿਆ। ਗੁਰੂ ਸਾਹਿਬ ਜੀ ਨੇ ਕੇਸ਼ੋ ਦਾਸ ਨੂੰ ਆਖਿਆ ਕਿ ਸਾਰੇ ਪੰਡਿਤਾਂ ਨੇ ਤੁਹਾਡੀ ਬਹੁਤ ਉਪਮਾ ਕੀਤੀ ਹੈ। ਤੁਸੀਂ ਦੇਵੀ ਨੂੰ ਪ੍ਰਗਟ ਕਰਨ ਦੀ ਮੰਤਰ ਵਿਧੀ ਜਾਣਦੇ ਹੋ। ਜੇ ਇਹ ਠੀਕ ਹੈ ਤਾਂ ਇਸ ਕਾਰਜ ਵਾਸਤੇ ਜਿਸ ਚੀਜ਼ ਦੀ ਲੋੜ ਹੈ ਮੈਨੂੰ ਦੱਸ ਦੇਵੋ, ਅਸੀਂ ਉਹ ਸਮੱਗਰੀ ਇਕੱਠੀ ਕਰ ਦਿੰਦੇ ਹਾਂ। ਦੇਵੀ ਪ੍ਰਗਟ ਕਰਕੇ ਅਸੀਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਤੁਰਕਾਂ ਦਾ ਰਾਜ ਨਾਸ਼ ਕਰਨਾ ਚਾਹੁੰਦੇ ਹਾਂ। ਪੰਡਿਤ ਕੇਸ਼ੋ ਦਾਸ ਨੇ ਕਿਹਾ, ਗੁਰੂ ਜੀਓ, ਦੇਵੀ ਨੂੰ ਸਾਧਨਾ ਬੜਾ ਕਠਿਨ ਹੈ। ਉਸ ਦੇ ਪ੍ਰਤੱਖ ਦਰਸ਼ਨ ਕਰਨ ਦਾ ਕਿਸੇ ਨੂੰ ਭੇਦ ਨਹੀਂ ਹੈ। ਇਸ ਕਾਰਜ ਵਾਸਤੇ ਲੱਖਾਂ ਰੁਪਏ ਚਾਹੀਦੇ ਹਨ। 1 ਲੱਖ ਆਹੂਤੀ ਦੇਣ ਵਾਸਤੇ ਹਜ਼ਾਰਾਂ ਮਣ ਘਿਓ ਚਾਹੀਦਾ ਹੈ। 1 ਲੱਖ ਰੁਪਇਆ ਹਵਨ ਕਰਾਉਣ ਵਾਲੇ ਪੰਡਿਤਾਂ ਦੀ ਭੇਟਾ ਵਾਸਤੇ ਚਾਹੀਦਾ ਹੈ। ਪੰਡਿਤ ਦੀ ਇਹ ਗੱਲ ਸੁਣ ਕੇ ਪ੍ਰੋਹਤ ਦਇਆਰਾਮ ਨੇ ਉੱਤਰ ਦਿੱਤਾ, ਸਤਿਗੁਰੂ ਜੀ ਨੂੰ ਧਨ ਦਾ ਕੋਈ ਘਾਟਾ ਨਹੀਂ ਹੈ। ਛਤਰੀਆਂ ਦੀ ਕੁੱਲ ਵਿੱਚੋਂ ਸ਼੍ਰੋਮਣੀ ਸੂਰਜਵੰਸ਼ੀ ਹਨ। ਕੇਸ਼ੋ ਦਾਸ ਨੇ ਹਵਨ ਵਾਸਤੇ ਸਾਰੀ ਸਮੱਗਰੀ ਲਿਖ ਦਿੱਤੀ। ਕੇਸ਼ੋ ਦਾਸ ਨੇ ਕਿਹਾ, ਗੁਰੂ ਜੀਓ, ਇੱਕ ਮਨ ਹੋ ਕੇ ਮੰਤਰ ਪੜ੍ਹਨਾ, ਮਨ ਨੂੰ ਸੰਕਲਪਾਂ ਤੋਂ ਅਡੋਲ ਰੱਖਣਾ, ਤਨ ਮਨ ਕਰਕੇ ਸ਼ੁੱਧ ਰਹਿਣਾ ਤੇ ਬ੍ਰਹਮਚਰਜ ਧਾਰਨ ਕਰਨਾ, ਇਹ ਸਭ ਕੁਝ ਤੁਹਾਡੇ ਹੀ ਅਧੀਨ ਹੈ। ਮੈਂ ਤਾਂ ਕੇਵਲ ਵਿਧੀ ਪੂਰਵਕ ਸਾਰਾ ਕੰਮ ਕਰਾਉਣ ਦਾ ਜ਼ਿੰਮੇਵਾਰ ਹਾਂ। ਜਦ ਗੁਰੂ ਸਾਹਿਬ ਜੀ ਨੇ ਪੰਡਿਤ ਦੀ ਸਾਰੀ ਗੱਲ ਪ੍ਰਵਾਨ ਕਰ ਲਈ ਤਾਂ ਉਸ ਨੇ ਪੱਤਰੀ ਵੇਖ ਕੇ ਹਵਨ ਆਰੰਭ ਕਰਨ ਦਾ ਦਿਨ ਵੀਰਵਾਰ ਵਿਸਾਖ ਦੀ ਪੂਰਨਮਾਸ਼ੀ ਨੂੰ ਦੱਸ ਕੇ ਬੇਨਤੀ ਕੀਤੀ ਕਿ ਇਸ ਤੋਂ ਪਹਿਲਾਂ ਕੋਈ ਚੰਗਾ ਥਾਂ ਵੇਖ ਕੇ ਸਾਰੀ ਸਮੱਗਰੀ ਉੱਥੇ ਪਹੁੰਚਾ ਦਿਓ। ਗੁਰੂ ਸਾਹਿਬ ਜੀ ਨੇ ਕੇਸ਼ੋ ਦਾਸ ਨੂੰ ਦੱਸਿਆ, ਇਹ ਤੋਂ 5-6 ਮੀਲ ਦੂਰ ਇੱਕ ਨੈਣੇ ਗੁੱਜਰ ਦਾ ਟਿੱਲਾ ਹੈ, ਜਿਸ ਦੇ ਸਬੰਧ ਵਿੱਚ ਇਹ ਵਾਰਤਾ ਪ੍ਰਚਲਿਤ ਹੈ ਕਿ ਇਹ ਚੰਡੀ ਦਾ ਸਥਾਨ ਹੈ।
ਇਹ ਅਸਥਾਨ ਇਸ ਤਰ੍ਹਾਂ ਪ੍ਰਸਿੱਧ ਹੋਇਆ ਕਿ ਇਸ ਟਿੱਲੇ ਉੱਤੇ ਇੱਕ ਨੈਣੇ ਗੁੱਜਰ ਦੀ ਗਾਊ ਜਦ ਚੁਗਣ ਜਾਂਦੀ ਸੀ ਤਾਂ ਉਸ ਦਾ ਦੁੱਧ ਥਣਾਂ ਵਿੱਚੋਂ ਉੱਥੇ ਹੀ ਧਰਤੀ ਉੱਤੇ ਡੋ ਪੈਂਦਾ ਸੀ। ਜਦ ਇਸ ਗੱਲ ਦਾ ਨੈਣੇ ਨੂੰ ਪਤਾ ਲੱਗਾ ਤਾਂ ਉਸਨੇ ਇਸ ਥਾਂ ਨੂੰ ਚੰਡੀ ਦਾ ਅਸਥਾਨ ਸਮਝ ਕੇ ਪੂਜਣਾ ਆਰੰਭ ਕਰ ਦਿੱਤਾ। ਇਹ ਪ੍ਰਸੰਗ ਸੁਣ ਕੇ ਕੇਸ਼ਵਦਾਸ ਨੇ ਕਿਹਾ, ਇਹ ਅਸਥਾਨ ਠੀਕ ਹੈ, ਇੱਥੇ ਹੀ ਸਾਰੀ ਸਮੱਗਰੀ ਪਹੁੰਚਾ ਦਿਓ। ਜੱਗ ਸਮੇਂ ਪੰਡਿਤ ਕੇਸ਼ਵਦਾਸ ਨੇ ਹਵਨ ਕੁੰਡ ਵਿੱਚ ਅਗਨੀ ਪ੍ਰਵਜਵਲਿਤ ਕਰਕੇ ਮੰਤਰ ਪੜ੍ਹਨੇ ਆਰੰਭ ਕਰ ਦਿੱਤੇ। ਹਰ ਮੰਤਰ ਦੀ ਸਮਾਪਤੀ ਉੱਤੇ ਗੁਰੂ ਜੀ ਅਗਨੀ ਵਿੱਚ ਆਹੂਤੀ ਪਾ ਕੇ ਕੇਸ਼ਵਦਾਸ ਦੇ ਸਮਝਾਏ ਅਨੁਸਾਰ ਸਵਾਹਾ ਸ਼ਬਦ ਦਾ ਉਚਾਰਨ ਕਰ ਦਿੰਦੇ। ਸਾਰਾ ਦਿਨ ਹਵਨ ਕਰਕੇ ਰਾਤ ਨੂੰ ਵਿਸ਼ਰਾਮ ਕਰਦੇ। ਇਸ ਤਰ੍ਹਾਂ ਕੁਝ ਮਹੀਨੇ ਬੀਤ ਗਏ। ਇੱਕ ਦਿਨ ਸਵਾ ਪਹਿਰ ਹਵਨ ਕਰਨ ਉਪਰੰਤ ਗੁਰੂ ਜੀ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਗਏ। ਕੁਝ ਜੰਗਲੀ ਜਾਨਵਰ ਮਾਰ ਕੇ ਅਨੰਦਪੁਰ ਸਾਹਿਬ ਨੂੰ ਲਈ ਆ ਰਹੇ ਸਨ। ਕੇਸ਼ਵਦਾਸ ਨੇ ਬੇਨਤੀ ਕੀਤੀ ਕਿ ਤੁਸੀਂ ਹਵਨ ਦੇ ਦਿਨਾਂ ਵਿੱਚ ਇਤਨੇ ਜੀਵਾਂ ਦੀ ਹੱਤਿਆ ਕੀਤੀ ਹੈ। ਮੈਨੂੰ ਡਰ ਹੈ ਕਿ ਕੋਈ ਵਿਘਨ ਨਾ ਪੈ ਜਾਵੇ। ਜੀਵ ਹੱਤਿਆ ਵਰਗਾ ਹੋਰ ਕੋਈ ਪਾਪ ਨਹੀਂ ਹੁੰਦਾ। ਸਭ ਵਿੱਚ ਪਰਮਾਤਮਾ ਪਰਿਪੂਰਨ ਹੈ, ਇਸ ਕਰਕੇ ਇਹ ਗੱਲ ਚੰਗੀ ਨਹੀਂ ਹੈ। ਪੰਡਿਤ ਕੇਸ਼ਵਦਾਸ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਪੰਡਿਤ ਜੀ ਨੂੰ ਨਾਰਾਜ਼ ਨਹੀਂ ਕਰਨਾ, ਸਭ ਜਾਨਵਰਾਂ ਦੇ ਬੰਧਨ ਖੋਲ੍ਹ ਦਿਓ। ਜਦ ਹੁਕਮ ਮੰਨ ਕੇ ਮਰੇ ਹੋਏ ਜਾਨਵਰਾਂ ਦੇ ਬੰਧਨ ਖੋਲ੍ਹੇ ਗਏ ਤਾਂ ਸਾਰੇ ਜੀਵਤ ਹੋ ਗਏ। ਉੱਡਣ ਵਾਲੇ ਉੱਡ ਗਏ ਤੇ ਭੱਜਣ ਵਾਲੇ ਭੱਜ ਗਏ। ਇਹ ਕੌਤਕ ਵੇਖ ਕੇ ਪੰਡਿਤ ਕੇਸ਼ਵਦਾਸ ਬੜਾ ਪ੍ਰਸੰਨ ਹੋਇਆ ਤੇ ਗੁਰੂ ਜੀ ਨੂੰ ਮਾਰਨ ਤੇ ਜਵਾਲਨਹਾਰ ਸਮਰੱਥ ਪੂਰਨ ਜਾਣ ਕੇ ਧੰਨ ਧੰਨ ਆਖਿਆ। ਹਵਨ ਕੁੰਡ ਵਿੱਚ ਜਿਉਂ-ਜਿਉਂ ਗੁਰੂ ਜੀ ਮੰਤਰ ਪੜ੍ਹ ਕੇ ਆਹੂਤੀ ਪਾਉਂਦੇ ਗਏ ਤਿਉਂ-ਤਿਉਂ ਹੀ ਸਭ ਦੇਵੀਆਂ ਜੈਸਾ ਕਿ ਇੰਦਰਾਣੀ, ਕੁਬੇਰ ਦੀ ਇਸਤਰੀ ਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਸ਼ਕਤੀਆਂ ਨੇ ਆਣ ਕੇ ਬੇਨਤੀ ਕੀਤੀ ਕਿ ਤੁਸੀਂ ਇੰਨਾ ਕਸ਼ਟ ਕਿਉਂ ਕਰ ਰਹੇ ਹੋ। ਜਿਸ ਚੀਜ਼ ਧਨ ਆਦਿਕ ਦੀ ਲੋੜ ਹੈ ਸਾਨੂੰ ਹੁਕਮ ਕਰੋ, ਅਸੀਂ ਹਾਜ਼ਰ ਕਰ ਦਿੰਦੀਆਂ ਹਾਂ। ਪਰ ਗੁਰੂ ਸਾਹਿਬ ਜੀ ਨੇ ਕਿਸੇ ਦੇਵੀ ਸ਼ਕਤੀ ਵੱਲ ਵੀ ਅੱਖ ਪੁੱਟ ਕੇ ਨਾ ਵੇਖਿਆ। ਇੱਕ ਪਰਮੇਸ਼ਰੀ ਸ਼ਕਤੀ ਜੋ ਦੁਸ਼ਟਾਂ ਦੇ ਨਾਸ਼ ਕਰਨ ਵਾਲੀ ਤੇ ਦਾਸਾਂ ਨੂੰ ਸੁੱਖ ਦੇਣ ਵਾਲੀ ਪਰਮ ਜੋਤ ਦੀ ਜੋਤ ਹੈ, ਉਸ ਦੇ ਧਿਆਨ ਵਿੱਚ ਹੀ ਅਡੋਲ ਟਿਕੇ ਰਹੇ। ਇਸ ਤਰ੍ਹਾਂ ਇੱਕ ਚਿੱਤ ਆਧਾਰਨ ਕਰਦਿਆਂ ਨੂੰ ਜਦ 9 ਮਹੀਨੇ ਬੀਤ ਗਏ, 10ਵਾਂ ਆਰੰਭ ਹੋ ਗਿਆ ਤਾਂ ਆਪ ਜੀ ਬਹੁਤ ਸਮਾਂ ਬੈਠ ਕੇ ਹਵਨ ਕਰਨ ਲੱਗੇ। ਚੇਤਰ ਚੜ੍ਹ ਆਇਆ। ਪੰਡਿਤ ਕੇਸ਼ਵ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਹੁਣ ਪਤਾ ਨਹੀਂ ਕਿਹੜੇ ਵੇਲੇ ਦੇਵੀ ਪ੍ਰਗਟ ਹੋ ਜਾਵੇਗੀ, ਦਿਨ ਵੇਲੇ ਜਾਂ ਰਾਤ ਵੇਲੇ। ਤੁਸੀਂ ਸਾਵਧਾਨ ਹੋ ਕੇ ਰਹਿਣਾ, ਮੈਂ ਉਸ ਨੂੰ ਕੁਝ ਭੇਟਾ ਕਰਨ ਵਾਸਤੇ ਸ਼ਹਿਰੋਂ ਲੈ ਆਵਾਂ। ਇਸ ਤਰ੍ਹਾਂ ਬਹਾਨਾ ਲਾ ਕੇ ਕੇਸ਼ਵਦਾਸ ਅਨੰਦਪੁਰ ਨੂੰ ਚਲਿਆ ਗਿਆ। ਜਦ ਬਹੁਤ ਸਮੇਂ ਤੱਕ ਕੇਸ਼ਵਦਾਸ ਵਾਪਸ ਨਾ ਆਇਆ ਤਾਂ ਗੁਰੂ ਜੀ ਨੇ ਉਸ ਦੀ ਅਸਫਲਤਾ ਦਾ ਕਾਰਨ ਸਮਝ ਕੇ ਬਾਕੀ ਦੀ ਬਚੀ ਹੋਈ ਸਾਰੀ ਸਮੱਗਰੀ ਇੱਕ ਵਾਰ ਹੀ ਹਵਨ ਕੁੰਡ ਵਿੱਚ ਪਾ ਦਿੱਤੀ। ਇਹਨਾਂ ਬਹੁਤ ਸਾਰਾ ਘਿਓ ਤੇ ਆਦਿ ਸਮੱਗਰੀ ਦੇ ਪੈ ਜਾਣ ਨਾਲ ਹਵਨ ਕੁੰਡ ਵਿੱਚੋਂ ਅਗਨੀ ਦੀਆਂ ਬਹੁਤ ਉੱਚੀਆਂ ਲਾਟਾਂ ਨਿਕਲੀਆਂ, ਜਿਸ ਨੂੰ ਦੂਰ ਦੂਰ ਤੋਂ ਲੋਕ ਇਹ ਸਮਝ ਕੇ ਦੇਖਣ ਆਏ ਕਿ ਦੇਵੀ ਪ੍ਰਗਟ ਹੋ ਗਈ ਹੈ। ਇਹ ਕੌਤਕ ਨੂੰ ਜਦ ਲੋਕ ਦੌੜ ਕੇ ਵੇਖਣ ਆਏ ਤਾਂ ਅੱਗੇ ਗੁਰੂ ਸਾਹਿਬ ਜੀ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਉੱਚੀ ਕਰਕੇ ਹਵਨ ਕੁੰਡ ਦੇ ਪਾਸ ਖੜੇ ਸਨ। ਆਪ ਜੀ ਨੇ ਵੇਖਣ ਵਾਲਿਆਂ ਨੂੰ ਇਸ ਕਿਰਪਾਨ ਵੱਲ ਇਸ਼ਾਰਾ ਕਰਕੇ ਕਿਹਾ ਕਿ ਆਹ ਦੇਵੀ ਸ਼ਕਤੀ ਪ੍ਰਗਟ ਹੋਈ ਹੈ, ਇਸ ਦੇ ਬਲ ਨਾਲ ਅਸਾਂ ਜ਼ਾਲਮ ਤੇ ਜ਼ੁਲਮ ਦਾ ਨਾਸ਼ ਕਰਨਾ ਹੈ। ਲੋਕਾਂ ਨੇ ਸ਼ਰਧਾ ਨਾਲ ਇਸ ਦੇਵੀ ਨੂੰ ਨਮਸਕਾਰ ਕੀਤੀ। ਇਹ ਵਾਰਤਾ ਉਪਰੰਤ ਗੁਰੂ ਸਾਹਿਬ ਜੀ ਪਹਾੜੀ ਤੋਂ ਹੇਠਾਂ ਆ ਗਏ ਤੇ ਅਨੰਦਪੁਰ ਸਾਹਿਬ ਵਾਪਸ ਚਲੇ ਗਏ। ਗੁਰੂ ਸਾਹਿਬ ਜੀ ਨੇ ਇਸ ਖੁਸ਼ੀ ਵਿੱਚ ਇੱਕ ਮਹਾਨ ਜੱਗ ਕਰਕੇ ਸਭ ਅਧਿਕਾਰੀ, ਸਭ ਪੰਡਿਤ ਆਪ ਜੀ ਨੇ ਬੁਲਾਏ। ਕੇਸ਼ਵਦਾਸ ਨੂੰ ਕੋਈ ਨਿਉਤਾ ਨਾ ਦਿੱਤਾ। ਇਸ ਗੱਲ ਦਾ ਜਦ ਕੇਸ਼ਵਦਾਸ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਕਿ ਮੈਂ ਸ੍ਰੇਸ਼ਟ ਕੁਲ ਦਾ ਵੇਦਾਚਾਰੀ ਬ੍ਰਾਹਮਣ ਹਾਂ, ਫਿਰ ਜੱਗ ਦਾ ਕਰਾਉਣ ਵਾਲਾ ਵੀ ਮੈਂ ਹਾਂ। ਮੈਨੂੰ ਗੁਰੂ ਜੀ ਨੇ ਕਿਉਂ ਯਾਦ ਨਹੀਂ ਕੀਤਾ? ਮੇਰੀ ਬੜੀ ਨਿਰਾਦਰੀ ਹੋਈ ਹੈ। ਜਦ ਪੰਡਿਤ ਦੇ ਇਸ ਗੁੱਸੇ ਦਾ ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਗੁਰੂ ਸਾਹਿਬ ਜੀ ਨੇ ਪੰਡਿਤ ਨੂੰ ਸੱਦ ਕੇ ਆਖਿਆ ਕਿ ਪੰਡਿਤ ਜੀ, ਇਹ ਸਾਰੀ ਕਰਮਾਂ ਦੀ ਖੇਡ ਹੈ। ਪਹਿਲਾਂ ਤੁਸੀਂ ਸਾਡੀ ਯਾਦ ਵਿੱਚ ਨਹੀਂ ਆਏ, ਹੁਣ ਤੁਸੀਂ ਗੁੱਸੇ ਨਾ ਹੋਵੋ। ਜੋ ਧਨ ਬਸਤਰ ਆਦਿਕ ਤੁਸੀਂ ਆਖੋ ਹੁਣੇ ਹੀ ਤੁਹਾਨੂੰ ਪਹੁੰਚਾ ਦਿੰਦੇ ਹਾਂ। ਸਾਧ ਸੰਗਤ ਜੀ, ਇਹ ਸੀ ਗੁਰੂ ਸਾਹਿਬ ਜੀ ਦੀ ਸਾਖੀ। ਲੜੀ ਨੂੰ ਜੋੜਨ ਲਈ ਪਿਛਲੀ ਸਾਖੀ ਸਰਵਣ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।